ਰੈਡੀ ਸਟਾਰਟ। ਜਿਵੇਂ ਕਿ ਸੁਤੰਤਰਤਾ ਦਾ ਅਰਥ ਦੱਸਦੇ ਹੋਏ ਕਿਹਾ ਗਿਆ ਕਿ ਸੁਤੰਤਰਤਾ ਦੀ ਇਹ ਧਾਰਨਾ ਰਾਜ ਦੇ ਪੂਰਨ ਕੰਟਰੋਲ ਦੇ ਵਿਰੁੱਧ ਇੱਕ ਮੰਗ ਦੇ ਰੂਪ ਵਿੱਚ ਉੱਭਰੀ ਸੀ। ਡੰਡੀ ਉਹ ਕੰਟਰੋਲ ਜੋ ਮਨੁੱਖ ਦੀ ਸਾਰੀਆਂ ਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਸੀ। ਇਸ ਤਰ੍ਹਾਂ ਸ਼ੁਰੂ ਦੇ ਸਮੇਂ ਵਿੱਚ ਇਸ ਮੰਗ ਦਾ ਨਿਖੇਧਵਾਚਕ ਜਾਂ ਨਕਾਰਾਤਮਕ ਹੋਣਾ ਲਾਜ਼ਮੀ ਸੀ, ਕਿਉਂਕਿ ਮਨੁੱਖ ਦੀਆਂ ਕਿਰਿਆਵਾਂ 'ਤੇ ਇਸ ਤਰ੍ਹਾਂ ਦਾ ਕੰਟਰੋਲ ਹੋਵੇ, ਇਹ ਇਸ ਦੇ ਵਿਰੁੱਧ ਸੀ। ਡੰਡੀ ਇਸ ਦਾ ਮੁੱਖ ਅਸੂਲ ਇਹ ਹੈ ਕਿ ਮਨੁੱਖ ਨੂੰ ਆਪਣੀ ਚੰਗਿਆਈ ਬੁਰਾਈ ਦਾ ਖੁਦ ਫੈਸਲਾ ਕਰਨ ਦਾ ਅਧਿਕਾਰ ਹੈ। ਡੰਡੀ ਇਸ ਧਾਰਨਾ ਨੇ ਹੀ ਵਿਅਕਤੀਵਾਦ ਨੂੰ ਆਧਾਰ ਦਿੱਤਾ। ਡੰਡੀ 17ਵੀਂ ਅਤੇ 18ਵੀਂ ਸਦੀ ਵਿੱਚ ਨਿਖੇਧਵਾਚਕ ਸੁਤੰਤਰਤਾ ਦਾ ਵਿਚਾਰ ਪੂਰਨ ਸਿਖਰ ਉੱਤੇ ਪਹੁੰਚ ਗਿਆ। ਡੰਡੀ ਆਈਜ਼ੈਕ ਬਰਲਿਨ ਅਤੇ ਮਿਲਟਨ ਫਰਾਇਡਮੈਨ ਜਿਹੇ ਲਿਖਾਰੀਆਂ ਨੇ 20ਵੀਂ ਸਦੀ ਦੇ ਮੱਧ ਵਿੱਚ ਇੱਕ ਵਾਰ ਫਿਰ ਨਿਖੇਧਵਾਚਕ ਸੁਤੰਤਰਤਾ ਬਾਰੇ ਮੁੜ ਤੋਂ ਇਸ ਦੀ ਪ੍ਰੋੜਤਾ ਕਰਨੀ ਸ਼ੁਰੂ ਕੀਤੀ। ਡੰਡੀ ਇਹਨਾਂ ਸਭ ਦੇ ਵਿਚਾਰਾਂ ਦੀ ਵਿਆਖਿਆ ਕਰਨ ਤੋਂ ਪਹਿਲਾਂ ਅਸੀਂ ਸ਼ੁਰੂ ਤੋਂ ਹੀ ਇਹ ਸਪਸ਼ਟ ਕਰ ਦਿੰਦੇ ਹਾਂ ਕਿ ਜਦੋਂ ਪਹਿਲੀ ਸ਼੍ਰੇਣੀ ਦੇ ਵਿਦਵਾਨਾਂ ਨੇ ਨਿਖੇਧਵਾਚਕ ਸੁਤੰਤਰਤਾ ਦੀ ਪ੍ਰੋੜਤਾ ਨਿਰੰਕੁਸ਼ਵਾਦ ਅਤੇ ਧਾਰਮਿਕ ਰਾਜਾਂ ਦੇ ਵਿਰੋਧ ਵਿੱਚ ਕੀਤੀ, ਉੱਥੇ ਦੂਜੇ ਸੈੱਟ ਦੇ ਵਿਦਵਾਨਾਂ ਨੇ 20ਵੀਂ ਸਦੀ ਵਿੱਚ ਰਾਜ ਦੇ ਵੱਧਦੇ ਹੋਏ ਦਖਲ ਦੇ ਵਿਰੋਧ ਵਿੱਚ ਇਸ ਦਾ ਸਮਰਥਨ ਕੀਤਾ। ਡੰਡੀ ਸ਼ੁਰੂ ਵਿੱਚ ਮਨੁੱਖੀ ਸੁਤੰਤਰਤਾ ਦੀ ਮੰਗ ਨੂੰ ਥਾਮਸ ਹਾਬਜ਼ ਅਤੇ ਜਾਨ ਲਾਕ ਦੀਆਂ ਲਿਖਤਾਂ ਵਿੱਚ ਪਾਇਆ ਜਾ ਸਕਦਾ ਹੈ। ਡੰਡੀ ਬ੍ਰੇਕ ਹਾਂਜੀ ਰੈਡੀ ਸਟਾਰਟ। ਇਹਨਾਂ ਵਿਦਵਾਨਾਂ ਨੇ ਇਹ ਪ੍ਰਸ਼ਨ ਚੁੱਕਿਆ ਕਿ ਮਨੁੱਖ ਰਾਜ ਦੇ ਨਿਯਮਾਂ ਦੀ ਕਿਉਂ ਪਾਲਣਾ ਕਰਦਾ ਹੈ। ਸਵਾਲੀਆ ਚਿੰਨ੍ਹ ਉਹ ਰਾਜ ਨੂੰ ਮਨੁੱਖ ਅਤੇ ਸਮਾਜ ਵਿਚਕਾਰ ਇੱਕ ਸਮਝੌਤਾ ਮੰਨਦੇ ਹਨ। ਡੰਡੀ ਹਾਬਜ਼ ਅਨੁਸਾਰ ਮਨੁੱਖ ਸਮਾਜ ਵਿੱਚ ਕੁਝ ਕੁਦਰਤੀ ਅਧਿਕਾਰ ਲੈ ਕੇ ਪੈਦਾ ਹੁੰਦੇ ਹਨ, ਭਾਵ ਪੂਰਨ ਸੁਤੰਤਰਤਾ ਦਾ ਅਧਿਕਾਰ। ਡੰਡੀ ਪਰ ਮਨੁੱਖ ਦੀ ਸੁਤੰਤਰਤਾ 'ਤੇ ਕੋਈ ਪਾਬੰਦੀ ਨਾ ਹੋਣ ਕਾਰਨ ਕੁਦਰਤੀ ਅਵਸਥਾ ਵਿੱਚ ਮਨੁੱਖ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ। ਡੰਡੀ ਹਾਬਜ਼ ਅਨੁਸਾਰ ਇੱਕ ਵਾਰੀ ਸਾਰੀਆਂ ਸ਼ਕਤੀਆਂ ਮਾਲਕ ਨੂੰ ਸੌਂਪਣ ਤੋਂ ਬਾਅਦ ਵਿਅਕਤੀ ਕਿਸੇ ਤਰ੍ਹਾਂ ਦੀ ਸੁਤੰਤਰਤਾ ਦੀ ਮੰਗ ਨਹੀਂ ਕਰ ਸਕਦੇ। ਡੰਡੀ ਵਿਅਕਤੀਵਾਦ ਅਤੇ ਸੁਤੰਤਰਤਾ ਦਾ ਵਿਚਾਰ ਜਾਨ ਲਾਕ ਦੀਆਂ ਲਿਖਤਾਂ ਵਿੱਚ ਪੂਰਨ ਰੂਪ ਨਾਲ ਨਜ਼ਰ ਆਉਂਦਾ ਹੈ। ਡੰਡੀ ਉਸ ਅਨੁਸਾਰ ਸਮਝੌਤੇ ਦੇ ਅੰਤਰਗਤ ਰਾਜ ਦਾ ਇਹ ਧਰਮ ਹੈ ਕਿ ਉਹ ਮਨੁੱਖ ਦੀ ਸੁਤੰਤਰਤਾ ਅਤੇ ਸੰਪਤੀ ਦੀ ਰੱਖਿਆ ਕਰੇ। ਡੰਡੀ ਪਰਜਾ ਆਪਣੇ ਰਾਜਾ ਦੀ ਆਗਿਆ ਦੀ ਪਾਲਣਾ ਇਸ ਲਈ ਕਰਦੀ ਹੈ ਕਿ ਉਹਨਾਂ ਦੀ ਵਿਅਕਤੀਗਤ ਮੌਲਿਕ ਸੁਤੰਤਰਤਾਵਾਂ ਦੀ ਰੱਖਿਆ ਕਰੇਗਾ। ਸੁਤੰਤਰਤਾ ਦੀ ਰੱਖਿਆ ਅਤੇ ਸੰਪਤੀ ਦੀ ਰੱਖਿਆ ਜਿਹੜੇ
ਉਹਨਾਂ ਦੇ ਕੁਦਰਤੀ ਅਧਿਕਾਰ ਹਨ। ਡੰਡੀ ਲਾਕ ਦੀ ਫਿਲਾਸਫੀ ਦਾ ਇਹ ਉਹ ਪਹਿਲੂ ਹੈ ਜਿਸ ਨੇ ਉਦਾਰਵਾਦੀ ਸਿਧਾਂਤ ਅਤੇ ਅਮਰੀਕਨ ਰਾਜਨੀਤਿਕ ਪ੍ਰਣਾਲੀ ਦੀਆਂ ਨੀਹਾਂ ਰੱਖੀਆਂ। ਡੰਡੀ ਜੈਫਰਸਨ ਨੇ ਲਾਕ ਦੇ ਸਿਧਾਂਤ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਰਾਜ ਮਨੁੱਖ ਦੀ ਨਿੱਜੀ ਸੁਤੰਤਰਤਾ ਵਿੱਚ ਦਖਲ ਨਹੀਂ ਦੇਵੇਗਾ। ਸਟਾਪ।